Hello students, class 11th business studies, topic advantage of joint stock company. फीचर्स ਕੀਤੀਆਂ ਸੀਗੀਆਂ ਐਂਡ ਮੀਨਿੰਗ ਕੀਤਾ ਸੀ। ਨੈਕਸਟ ਐਡਵਾਂਟੇਜ ਕਰਦੇ ਹਾਂ। ਜੁਆਇੰਟ ਸਟਾਕ ਕੰਪਨੀ ਦਾ ਮੀਨਿੰਗ ਕੀ ਸੀਗਾ ਕਿ ਇੱਕ ਐਵੇਂ ਦੀ ਆਰਟੀਫਿਸ਼ੀਅਲ ਆਰਗੇਨਾਈਜੇਸ਼ਨ ਹੈ, ਆਰਟੀਫਿਸ਼ੀਅਲ ਪਰਸਨ ਹੈ ਜੋ ਕ੍ਰੀਏਟ ਕਿਹਦੇ ਦੁਆਰਾ ਕੀਤੀ ਜਾਂਦੀ ਹੈ, ਲਾਅ ਦੁਆਰਾ, ਕਾਨੂੰਨ ਦੁਆਰਾ ਕੀਤੀ ਜਾਂਦੀ ਹੈ, ਕਿ ਜਿਹਦੀ ਐਗਜ਼ਿਸਟੈਂਸ ਸਿਰਫ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਹੁੰਦੀ ਹੈ, ਅਦਰਵਾਈਜ਼ ਉਹਦੀ ਐਗਜ਼ਿਸਟੈਂਸ ਨਹੀਂ ਹੁੰਦੀ। ਤਾਂ ਫਸਟ ਕੰਟੀਨਿਊਟੀ मतलब ਆਪਾਂ ਲਗਾਤਾਰ ਇਹਨੂੰ ਚਲਾਉਣਾ, ਠੀਕ ਹੈ। ਉਹ ਕਹਿੰਦੇ ਜਿੱਦਾਂ ਆਪਾਂ ਸੋਲ ਪ੍ਰੋਪਰਾਈਟਰ ਕੀਤਾ ਸੀ ਜਾਂ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਇਕੱਲਾ ਪਾਰਟਨਰਸ਼ਿਪ ਕੀਤਾ ਸੀ, ਉਹਦੇ ਵਿੱਚ ਅਗਰ ਇੱਕ ਵੀ ਪਰਸਨ ਚਾਹੁੰਦਾ ਕਿ ਮੈਂ ਨਹੀਂ ਚਲਾਉਣਾ ਚਾਹੁੰਦਾ, ਸੋਲ ਤਾਂ ਇਕੱਲਾ ਹੀ ਹੁੰਦਾ, ਤਾਂ ਉਹਦੇ ਵਿੱਚ ਆਪਾਂ ਬੰਦ ਕਰ ਦਿੰਦੇ ਹਾਂ। ਬਟ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਕੀ ਹੈ ਕਿ ਇਹ ਕ੍ਰੀਏਟ ਕਿਹਦੇ ਦੁਆਰਾ ਕੀਤੀ ਜਾਂਦੀ, ਲਾਅ ਦੁਆਰਾ। ਇੱਕ ਤਾਂ ਇਹ ਐਂਟਿਟੀ ਅਲੱਗ ਹੁੰਦੀ ਹੈ, ਇਹਦੇ ਮੈਂਬਰਸ ਅਤੇ ਓਨਰ ਅਲੱਗ-ਅਲੱਗ ਹੁੰਦੇ ਹੈ। ਚਾਹੇ ਕਿਸੇ ਪਰਸਨ ਦੀ, ਚਾਹੇ ਕਿਸੇ ਮੈਂਬਰ ਦੀ ਡੈਥ ਵਗੈਰਾ ਹੋ ਜਾਂਦੀ ਹੈ ਤਾਂ ਬਿਜ਼ਨਸ 'ਤੇ, ਕੰਪਨੀ 'ਤੇ ਕੋਈ ਇਫੈਕਟ ਨਹੀਂ ਪੈਂਦਾ, ਉਹ ਲਗਾਤਾਰ ਆਪਣੀ ਚੱਲਦੀ ਹੈ, ਠੀਕ ਹੈ। ਨੈਕਸਟ ਹੈ ਲਾਰਜ ਕੈਪੀਟਲ। ਹੁਣ ਦੇਖੋ ਲਾਰਜ ਕੈਪੀਟਲ ਕਿਵੇਂ ਆਪਾਂ ਲੈ ਕੇ ਆਉਂਦੇ ਹਾਂ। ਆ ਕੰਪਨੀ ਇਜ਼ ਕੰਪੈਰੇਟਿਵਲੀ ਮਚ ਬੈਟਰ ਪਲੇਸ ਦੈਨ ਸੋਲ ਪ੍ਰੋਪਰਾਈਟਰ ਔਰ ਪਾਰਟਨਰਸ਼ਿਪ। ਇਕੱਲੀ ਜਿਹੜੀ ਆਪਣੀ ਇੱਕ ਸਿੰਗਲ ਟ੍ਰੇਡ ਸੀਗਾ, ਆਪਾਂ ਬਿਜ਼ਨਸ ਚਲਾਉਂਦੇ ਹਾਂ, ਜਾਂ ਪਾਰਟਨਰਸ਼ਿਪ ਦੋ ਤੋਂ ਜ਼ਿਆਦਾ ਪਰਸਨ ਸੀ, ਇਹਨਾਂ ਨਾਲੋਂ ਬੈਟਰ ਕੰਪਨੀ ਕਿਵੇਂ ਹੈ ਇਨ ਰਿਸਪੈਕਟ ਆਫ ਅਮੇਜ਼ਿੰਗ ਕੈਪੀਟਲ। ਅਮੇਜ਼ਿੰਗ ਮਤਲਬ ਹੁੰਦਾ ਬਹੁਤ ਜ਼ਿਆਦਾ ਕੈਪੀਟਲ ਆਪਾਂ ਲੈ ਕੇ ਆਉਂਦੇ ਹਾਂ, ਜ਼ਿਆਦਾ ਕੈਪੀਟਲ। ਦ ਕੰਪਨੀ ਕੈਨ ਇੰਪ੍ਰੈਸ ਅਪੋਨ ਦੀ ਜਨਰਲ ਪਬਲਿਕ and can mobilize the resource for accumulating large capital for big enterprises। मतलब ਵੱਡੀਆਂ ਆਰਗੇਨਾਈਜੇਸ਼ਨ ਤੋਂ ਰਿਸੋਰਸ ਇਕੱਠੇ ਕਰ ਸਕਦੇ ਹੈ, ਕਿਉਂਕਿ ਪਬਲਿਕ ਕੰਪਨੀ ਕਿੰਨੀ ਮਰਜ਼ੀ ਪਰਸਨਸ ਆਪਣੇ ਮੈਕਸਿਮਮ ਪਰਸਨਸ ਕਿੰਨੇ ਮਰਜ਼ੀ ਰਿਕਵਾਇਰ ਕਰ ਸਕਦੀ ਹੈ ਕਿ ਉਹਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਗੀ, ਠੀਕ ਹੈ। ਇਸ ਕਰਕੇ ਆਪਣੇ ਕੋਲ ਲਾਰਜ ਕੈਪੀਟਲ ਇਕੱਠੀ ਹੋ ਜਾਂਦੀ ਹੈ। ਨੈਕਸਟ ਹੈ ਲਿਮਟਡ ਲਾਇਬਿਲਿਟੀ। ਲਿਮਟਡ ਮੀਨਸ ਕਹਿੰਦੇ ਆਪਣੇ ਕੋਲ ਇਹਦੇ ਵਿੱਚ ਜਿੰਨੇ ਆਪਾਂ ਪੈਸਾ ਇਨਵੈਸਟਮੈਂਟ ਲਗਾਇਆ ਵਾ ਉੱਥੋਂ ਤੱਕ ਹੀ ਆਪਾਂ ਪੇ ਆਫ ਹੁੰਦੇ ਹਾਂ। ਦ ਪ੍ਰਿੰਸੀਪਲ ਆਫ ਲਿਮਟਡ ਲਾਇਬਿਲਿਟੀ ਇਨਕਰੇਜ ਦ ਇਨਵੈਸਟਮੈਂਟ ਇਨ ਕੰਪਨੀ। ਇਨਕਰੇਜ ਕਰਦੀ ਹੈ ਵੱਧ ਤੋਂ ਵੱਧ, since the shareholder are liable to the extent to their investment in the company and personal properties are not stake in the event of loss to the company। ਉਹ ਕਹਿੰਦੇ ਪਰ ਜੇ ਮੰਨ ਲਓ ਆਪਾਂ ਪੈਸਾ ਲਗਾਇਆ ਵਾ 20,000 ਤੱਕ ਜਾਂ 40,000 ਤੱਕ ਲਗਾਇਆ ਵਾ, ਠੀਕ ਹੈ, ਤਾਂ ਲਾਸ ਹੋ ਗਿਆ 60,000 ਦਾ। ਜਿੰਨਾ ਆਪਾਂ ਪੈਸਾ ਲਗਾਇਆ ਵਾ 40,000 ਜਾਂ 20,000 ਜਿੰਨਾ ਲਾਇਆ ਉੱਥੋਂ ਤੱਕ ਹੀ ਆਪਣਾ ਪੇ ਆਫ ਹੋਊਗਾ, ਬਾਕੀ ਆਪਾਂ ਇਹਦੇ ਵਿੱਚ ਹੋਰ ਇਨਵੋਲਵਮੈਂਟ ਨਹੀਂ ਕਰਾਂਗੇ। ਇਸ ਕਰਕੇ ਜ਼ਿਆਦਾ ਪਰਸਨਸ ਪੈਸਾ ਇਨਵੈਸਟ ਕਰਦੇ ਹੈ, ਲਿਮਟਡ ਲਾਇਬਿਲਿਟੀ ਹੁੰਦੀ ਹੈ। ਨੈਕਸਟ ਟਰਾਂਸਫਰਬਿਲਿਟੀ ਆਫ ਸ਼ੇਅਰਸ, ਕਿ ਟਰਾਂਸਫਰ ਆਪਾਂ ਈਜ਼ੀਲੀ ਆਪਣੇ ਸ਼ੇਅਰਸ ਕਰ ਸਕਦੇ ਹਾਂ ਕਿਸੇ ਦੂਸਰੇ ਪਰਸਨ ਨੂੰ। ਅਗਰ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਸੇਲ ਆਊਟ ਕਰਨੇ ਆਪਣੇ ਸ਼ੇਅਰਸ, ਉਹ ਆਪਾਂ ਸੇਲ ਹੈ ਦੂਸਰੇ ਪਰਸਨਸ ਨੂੰ, ਤਾਂ ਕੀ ਹੈ ਜੋ ਆਪਣੀ ਟਰਾਂਸਫਰਬਿਲਿਟੀ ਆਫ ਸ਼ੇਅਰਸ ਪ੍ਰੋਵਾਈਡ ਲਿਕੁਇਡਿਟੀ ਟੂ ਦੀ ਫੰਡਸ ਇਨਵੈਸਟਡ ਇਨ ਦਾ ਕੰਪਨੀ। ਲਿਕੁਇਡਿਟੀ ਮਤਲਬ ਕੈਸ਼ ਦੀ ਫਾਰਮ ਦੇ ਵਿੱਚ ਆਪਾਂ ਨੂੰ ਪ੍ਰੋਵਾਈਡ ਹੁੰਦੇ ਹੈ। ਦਾ ਸ਼ੇਅਰ ਹੋਲਡਰ ਆਫ ਕੰਪਨੀ ਹੈਜ਼ ਟੂ ਰਾਈਟ। ਸ਼ੇਅਰ ਹੋਲਡਰਸ ਕਿਹੜੇ ਹੁੰਦੇ ਆ, ਕੰਪਨੀ ਦੇ ਓਨਰਸ ਹੁੰਦੇ ਆ ਜਿਨ੍ਹਾਂ ਨੇ ਸ਼ੇਅਰ ਹੋਲਡ ਕਰਕੇ ਰੱਖੇ ਹੁੰਦੇ, ਉਹਨਾਂ ਨੂੰ ਰਾਈਟ ਹੁੰਦਾ ਉਹ ਆਪਣੇ ਸ਼ੇਅਰਸ ਟਰਾਂਸਫਰ ਕਰ ਸਕਦੇ ਆ ਕਿਸੇ ਵੀ ਹੋਰ ਪਰਸਨ ਨੂੰ। ਮਤਲਬ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਆਪਣੇ ਸ਼ੇਅਰਸ ਨੂੰ ਕਨਵਰਟ ਕਰਵਾਉਣਾ ਕੈਸ਼ ਦੇ ਵਿੱਚ ਲਿਕੁਇਡ ਫਾਰਮ 'ਚ, ਤਾਂ ਉਹ ਉਹਨਾਂ ਨੂੰ ਸੈੱਲ ਕਰਕੇ ਈਜ਼ੀਲੀ ਕਨਵਰਟ ਕਰਵਾ ਸਕਦੇ ਹੈ। ਤਾਂ ਫੀਚਰ ਇਹਦੇ ਵਿੱਚ ਕੀ, ਸ਼ੇਅਰ ਹੋਲਡਰ ਇਜ਼ ਕਨਵਰਟਿੰਗ ਦੇਅਰ ਸ਼ੇਅਰਸ ਇਨਟੂ ਕੈਸ਼। ਸ਼ੇਅਰਸ ਹੁੰਦੇ ਆ ਨਾ, ਸ਼ੇਅਰਸ ਜੋ ਵੀ ਉਹਨਾਂ ਦੀ ਕੀਮਤ ਵਗੈਰਾ ਹੁੰਦੀ ਉਹਨਾਂ ਨੂੰ ਸੇਲ ਕਰਕੇ, ਸੈੱਲ ਕਰਕੇ ਕਾਹਦੇ 'ਚ ਕਨਵਰਟ ਕਰਵਾ ਲੈਂਦੇ, ਲਿਕੁਇਡ ਫਾਰਮ 'ਚ, ਮੀਨਸ ਕੈਸ਼ ਦੀ ਫਾਰਮ ਦੇ ਵਿੱਚ ਕਰਵਾ ਲੈਂਦੇ ਆ, ਠੀਕ ਹੈ। ਨੈਕਸਟ ਆਪਣੇ ਕੋਲ ਡੈਮੋਕ੍ਰੇਟਿਕ ਸੈਟਅਪ। ਡੈਮੋਕ੍ਰੇਟਿਕ ਮੀਨਸ ਪਬਲਿਕ ਦੁਆਰਾ, ਲੋਕਾਂ ਦੁਆਰਾ ਸੈਟਅਪ ਕੀਤੀ ਜਾਂਦੀ ਹੈ, ਕਿਉਂਕਿ ਪਬਲਿਕ ਕੰਪਨੀਜ਼ ਆਰ ਮੈਨੇਜ ਐਂਡ ਕੰਟਰੋਲ ਬਾਈ ਦਾ ਡਾਇਰੈਕਟਰਸ। ਸ਼ੇਅਰ ਹੋਲਡਰ ਦੇਖੋ ਆਪਾਂ ਕੰਪਨੀ ਦੇ ਓਨਰਸ ਹੈ, ਠੀਕ ਹੈ, ਉਹ ਹੁੰਦੇ ਜੋ ਵੀ ਕੰਪਨੀਜ਼ ਦੇ ਵਿੱਚ, ਤਾਂ ਬਟ ਐਕਟੀਵਿਟੀਜ਼ ਹੁੰਦੀਆਂ ਉਹਦੇ ਵਿੱਚ ਇਨਵੋਲਵ ਨਹੀਂ ਹੁੰਦੀ। ਤਾਂ ਕੌਣ ਕੰਟਰੋਲ ਕਰਦਾ ਉਹਨਾਂ ਨੂੰ, ਡਾਇਰੈਕਟਰ, ਹੂ ਆਰ ਇਲੈਕਟ, ਕਿਹਨਾਂ ਦੁਆਰਾ ਜੋ ਚੁਣੇ ਜਾਂਦੇ ਹੈ, ਸ਼ੇਅਰ ਹੋਲਡਰ ਦੁਆਰਾ ਚੁਣੇ ਜਾਂਦੇ ਹੈ ਡਾਇਰੈਕਟਰ। ਤਾਂ ਸਾਰੇ ਦਾ ਸਾਰਾ ਇਹਨਾਂ ਨੇ ਕੰਟਰੋਲ ਕਰਨਾ ਹੁੰਦਾ। ਡਾਇਰੈਕਟਰ ਆਫ ਦਾ ਕੰਪਨੀ ਆਰ ਅਕਾਊਂਟੇਬਲ ਟੂ ਦਾ ਜਨਰਲ ਹਾਊਸ ਕੰਸਿਸਟਿੰਗ ਆਫ ਸ਼ੇਅਰ ਹੋਲਡਰ ਆਫ ਦਾ ਕੰਪਨੀ। ਕਹਿੰਦੇ ਅਨਸਰੇਬਲ ਸਿਰਫ ਆਪਣੇ ਕੌਣ ਕਰਨਗੇ, ਡਾਇਰੈਕਟਰਸ ਹੁੰਦੇ ਆ ਜੋ ਆਪਣੀ ਜਨਰਲ ਪਬਲਿਕ ਨੂੰ ਦਿੰਦੇ ਆ ਜੋ ਵੀ ਉਹਦੇ ਵਿੱਚ ਕੋਈ ਵੀ ਐਕਟੀਵਿਟੀਜ਼ ਹੋ ਰਹੀਆਂ ਹੁੰਦੀਆਂ, ਠੀਕ ਹੈ। ਇਸ ਕਰਕੇ ਕਿਹਦੇ ਦੁਆਰਾ ਇਹ ਸੈਟਅਪ ਕੀਤੀ ਜਾਂਦੀ ਹੈ, ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਤੁਸੀਂ ਆਪਾਂ ਹੋਰ ਇਹਦੇ ਵਿੱਚ ਕੀ ਕਹਿ ਸਕਦੇ ਹਾਂ, ਦਾ ਪੋਲਿਸੀ ਆਫ ਕੰਪਨੀ ਆਰ ਇਨਡਾਇਰੈਕਟਲੀ ਬਾਈ ਦਾ ਵੋਟਿੰਗ ਪਾਵਰ ਆਫ ਦਾ ਸ਼ੇਅਰ ਹੋਲਡਰ। ਵੀ ਆਹ ਸਿੱਧੇ ਤੌਰ 'ਤੇ ਵੋਟਿੰਗ ਪਾਵਰ ਸ਼ੇਅਰ ਹੋਲਡਰਸ ਕੋਲੇ ਹੁੰਦੀ ਹੈ। ਮੋਰ ਓਵਰ ਦਾ ਪ੍ਰੋਵੀਜ਼ਨ ਰਿਟਾਇਰਮੈਂਟ ਆਫ ਡਾਇਰੈਕਟਰ ਬਾਈ ਦਾ ਰੋਟੇਸ਼ਨ ਐਂਡ ਕੰਪਨੀਜ਼ ਮੈਨੇਜ ਐਂਡ ਕੰਟਰੋਲ ਔਨ ਦੀ ਬੇਸਿਸ ਆਫ ਡੈਮੋਕ੍ਰੇਟਿਕ ਪ੍ਰਿੰਸੀਪਲਸ, ਵੀ ਲੋਕਾਂ ਦੁਆਰਾ ਕੀਤੀ ਜਾਂਦੀ। ਨੈਕਸਟ ਡਿਫਿਊਜ਼ ਰਿਸਕ। ਹੁਣ ਆਪਾਂ ਡਿਫਿਊਜ਼ ਓਨਰਸ਼ਿਪ ਵੀ ਕੀਤੀ ਸੀ। ਡਿਫਿਊਜ਼ 'ਚ ਕੀ ਹੁੰਦਾ, ਜੋ ਬਹੁਤ ਜ਼ਿਆਦਾ ਏਰੀਆਜ਼ ਦੇ ਵਿੱਚ ਫੈਲੀ ਹੁੰਦੀ ਹੈ, ਸਪਰੈਡ ਓਵਰ ਹੋਈ ਹੁੰਦੀ ਹੈ।
ਡਿਫਿਊਜ਼ ਰਿਸਕ ਮਤਲਬ ਇਹ ਨਹੀਂ ਗਾ ਕਿ ਅਗਰ ਬਿਜ਼ਨਸ ਦੇ ਵਿੱਚ ਲਾਸ ਹੋ ਰਿਹਾ ਵਾ ਤਾਂ ਉਹ ਇਕੱਲੇ ਇੱਕ ਪਰਸਨ ਕੋਲੇ ਹੋਊਗਾ, ਕਿਉਂਕਿ ਜਿਹੜੀ ਆਪਣੀ ਇਹ ਓਨਰਸ਼ਿਪ ਹੈ ਬਹੁਤ ਸਾਰੇ ਲੋਕਾਂ ਕੋਲੇ ਹੁੰਦੀ ਹੈ, ਬਹੁਤ ਸਾਰੇ ਲੋਕਾਂ ਨੇ ਸ਼ੇਅਰਸ ਆਪਣੇ ਲਿੱਤੇ ਹੁੰਦੇ, ਉਹ ਸਾਰੇ ਕੰਪਨੀ ਦੇ ਓਨਰ ਹੁੰਦੇ ਆ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਹੁੰਦੇ ਆ, ਤਾਂ ਰਿਸਕ ਵੀ ਜਿੰਨਾ ਵੀ ਹੋਊਗਾ ਤਾਂ ਉਹ ਸਾਰੇ ਪਾਰਟਨਰਸ ਨੂੰ ਵੰਡਿਆ ਜਾਂਦਾ ਵਾ ਜਿੰਨਾ ਵੀ ਹੋਊਗਾ ਆਪਣੇ ਕੋਲੇ। ਸੋਲ ਟਰੇਡਰ ਇਜ਼ ਟੂ ਸ਼ੋਲਡਰ ਹੋਲ ਦਾ ਰਿਸਕ, ਉਹ ਕਹਿੰਦੇ ਜਿਹੜਾ ਇਕੱਲਾ ਹੁੰਦਾ ਉਹ ਸਾਰਾ ਦਾ ਸਾਰਾ ਰਿਸਕ ਲੈਂਦਾ, ਪਾਰਟਨਰਸ ਵੀ ਸੇਮ ਪ੍ਰਪੋਰਸ਼ਨ 'ਚ ਲੈਂਦੇ ਆ ਪਾਰਟਨਰਸ਼ਿਪ ਦੇ ਵਿੱਚ, ਵੀ ਜਿੰਨਾ ਉਹਨਾਂ ਨੇ ਪੈਸਾ ਲਗਾਇਆ ਹੁੰਦਾ ਵਾ ਉਹਦੇ ਅਕੋਰਡਿੰਗ ਉਹ ਸੇਮ ਰੇਸ਼ੋ 'ਚ ਡਿਵਾਈਡ ਕਰ ਲੈਂਦੇ ਆ। ਬਟ ਪਬਲਿਕ ਕੰਪਨੀ ਦਾ ਰਿਸਕ ਡਿਸੋਲਵ ਅਪੋਨ ਦਾ ਲਾਰਜ ਨੰਬਰ ਆਫ ਸ਼ੇਅਰ ਹੋਲਡਰ, ਬਹੁਤ ਸਾਰੇ ਸ਼ੇਅਰ ਹੋਲਡਰ ਉੱਪਰ ਹੀ ਆਪਣਾ ਡਿਪੈਂਡ ਕਰਦਾ, ਉਹੀ ਪੈਸਾ ਇਨਵੈਸਟ ਉਹਨਾਂ ਦੁਆਰਾ ਲਿੱਤਾ ਜਾਂਦਾ। ਇਟ ਬਿਕਮ ਸੋ ਸਮੋਲ ਇਨ ਅਮਾਊਂਟ ਦੈਟ ਇੰਡੀਵਿਜੂਅਲ ਸ਼ੇਅਰ ਹੋਲਡਰ ਡਜ਼ ਨਾਟ ਫੀਲ ਦਾ ਬਰਡਨ, ਉਹਨਾਂ ਉੱਤੇ ਬਰਡਨ ਉਹ ਫੀਲ ਨਹੀਂ ਕਰਦੇਗੇ, ਠੀਕ ਹੈ, ਕਿਉਂਕਿ ਬਹੁਤ ਹੀ ਨਾ ਮਾਤਰ ਜੇ ਆਪਾਂ ਕਹਿ ਦਈਏ ਥੋੜ੍ਹਾ ਬਹੁਤਾ ਹੀ ਉਹਨਾਂ ਦੇ ਉੱਪਰ ਲਾਸ ਹੁੰਦਾ, ਕਿਉਂਕਿ ਬਹੁਤ ਜ਼ਿਆਦਾ ਪਰਸਨਸ ਹੁੰਦੇ ਆ। ਮੰਨ ਲਓ ਅਗਰ ਆਪਣੇ ਕੋਲੇ ਅਗਰ ਆਪਾਂ ਨੂੰ 10,000 ਲਾਸ ਵੀ ਹੋਇਆ ਤਾਂ 10,000 ਜੋ ਹੁਣ ਕਿੰਨੇ ਸ਼ੇਅਰ ਹੋਲਡਰ ਕੰਪਨੀ ਦੇ ਓਨਰ ਹੋ ਸਕਦੇ ਆ, 50 ਮੈਂਬਰ ਜਾਂ ਜ਼ਿਆਦਾ ਕਹਿ ਦਈਏ, ਤਾਂ ਹੁਣ ਆਪਾਂ 10,000 ਨੂੰ ਅਗਰ 50 ਨਾਲ ਡਿਵਾਈਡ ਕਰਦੇ ਤਾਂ ਕਿੰਨਾ ਥੋੜ੍ਹਾ ਆਪਣੇ ਕੋਲੇ ਲਾਸ ਆਊਗਾ, ਠੀਕ ਹੈ। ਇਨਕਰੀਜ਼ ਇਨ ਐਫੀਸ਼ੀਐਂਸੀ ਆਫ ਮੈਨੇਜਮੈਂਟ ਦੀ ਜੋ ਐਫੀਸ਼ੀਐਂਸੀ ਉਹ ਇਨਕਰੀਜ਼ ਹੁੰਦੀ ਹੈ। ਕੰਪਨੀ ਕੀ ਹੈ, ਇੱਕ ਸਫੀਸ਼ੀਐਂਟ ਹੈ ਫਾਈਨੈਂਸ਼ੀਅਲ ਰਿਸੋਰਸ a command which enable to hire services for expert of different department of business such as production, marketing, accounting, ਇਹਨਾਂ ਸਾਰੇ ਵਾਸਤੇ ਅਲੱਗ-ਅਲੱਗ ਲਗਾਇਆ ਜਾਂਦਾ ਵਾ ਤਾਂ ਕਿ ਆਪਾਂ ਬਿਜ਼ਨਸ ਨੂੰ ਜ਼ਿਆਦਾ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕੀਏ, ਐਕਸਪਰਟ ਆਪਾਂ ਜ਼ਿਆਦਾ ਕਰ ਸਕੀਏ, ਠੀਕ ਹੈ। ਨੈਕਸਟ ਗ੍ਰੇਟਰ ਸਕੋਪ ਆਫ ਐਕਸਪੈਂਸ਼ਨ, ਜ਼ਿਆਦਾ ਸਕੋਪ ਕਿਵੇਂ ਹੋਊਗਾ, ਕਿਉਂਕਿ ਆਪਾਂ ਇਹਦੇ ਵਿੱਚ ਪੈਸਾ ਜ਼ਿਆਦਾ ਲਗਾਉਂਦੇ ਹਾਂ, ਕੈਪੀਟਲ ਜ਼ਿਆਦਾ ਲਗਾਉਂਦੇ ਹਾਂ, ਜਿਹਦੇ ਕਰਕੇ ਕੀ ਹੈ ਇਹਦਾ ਬਿਜ਼ਨਸ ਨੂੰ ਵਧਾਉਣ ਦਾ ਆਪਣੇ ਕੋਲੇ ਸੋਰਸ ਆਫ ਐਕਸਪੈਂਸ਼ਨ ਜ਼ਿਆਦਾ ਹੁੰਦਾ। ਲਾਰਜ ਮੈਂਬਰਸ਼ਿਪ, ਹੁਣ ਦੇਖੋ ਆਪਾਂ ਪਬਲਿਕ ਦੇ ਵਿੱਚ ਕੀਤੀ ਸੀ, ਪਬਲਿਕ 'ਚ ਮਿਨੀਮਮ ਤਾਂ 7 ਮੈਂਬਰਸ ਹੁੰਦੇ ਆ, ਬਟ ਮੈਕਸੀਮਮ ਕੋਈ ਰਿਕੁਆਇਰ ਨਹੀਂ, ਮੈਕਸੀਮਮ ਕੋਈ ਲਿਮਿਟ ਨਹੀਂ ਹੁੰਦੀ ਕਿ ਜਿੰਨੇ ਮਰਜ਼ੀ ਆਪਾਂ ਕਰ ਸਕਦੇ ਹਾਂ। ਇਸ ਕਰਕੇ ਬਹੁਤ ਸਾਰੇ ਮੈਂਬਰਸ ਹੁੰਦੇ ਆ ਆਪਣੀ ਕੰਪਨੀ ਦੇ ਕੋਲੇ ਜਿਹੜੇ ਅੱਗੇ ਦੇ ਅੱਗੇ ਫਰਦਰ ਕੈਪੀਟਲ ਲੈ ਕੇ ਆਉਂਦੇ ਆ, ਲਾਰਜ ਮੈਂਬਰਸ਼ਿਪ ਆਪਣੀ ਹੁੰਦੀ ਹੈ। ਇਕੋਨਮੀਜ਼ ਆਫ ਲਾਰਜ ਸਕੇਲ, ਇਕੋਨਮੀਜ਼ ਹੁੰਦਾ ਆਪਾਂ ਨੂੰ ਸੇਵਿੰਗ ਹੁੰਦੀ ਹੈ, ਸੇਵਿੰਗ ਮਤਲਬ ਬੱਚਤ ਹੁੰਦੀ ਹੈ ਵੱਡੇ ਪੱਧਰ ਦੇ ਉੱਪਰ, ਕਿਉਂਕਿ ਪਬਲਿਕ ਕੰਪਨੀ ਆਰ ਯੂਜ਼ਲੀ ਅੰਡਰਟੇਕ ਬਿਜ਼ਨਸ ਔਨ ਲਾਰਜ ਸਕੇਲ ਅੰਡਰ ਦਾ ਸੁਪਰਵਿਜ਼ਨ ਆਫ ਐਕਸਪਰਟ ਮੈਨੇਜਰ, ਜੋ ਵੀ ਉਹ ਵਧੀਆ ਆਪਣੀ ਕਰਦੇ ਆ, ਐਕਸਪਰਟ ਮੈਨੇਜਰ ਹੁੰਦੇ ਆ, ਜ਼ਿਆਦਾ ਵਧੀਆ ਤਰੀਕੇ ਨਾਲ ਨਿਗਰਾਨੀ ਕਰਦੇ। ਦਸ ਕੰਪਨੀ ਇੰਜੋਏ ਦਾ ਇਕੋਨਮੀਜ਼ ਆਫ ਲਾਰਜ ਸਕੇਲ ਇਫ ਪ੍ਰੋਡਕਸ਼ਨ ਘੱਟ ਤੋਂ ਘੱਟ ਕਾਸਟ ਕਰਕੇ, ਠੀਕ ਹੈ, ਆਪਣੀ ਜ਼ਿਆਦਾ ਤੋਂ ਜ਼ਿਆਦਾ ਉਹ ਬੱਚਤ ਕਰਦੇ ਆ। ਨੈਕਸਟ ਹੈ ਆਰਗਨਾਈਜ਼ਿੰਗ ਅਨਟੈਪਡ ਰਿਸੋਰਸ, ਅਨਟੈਪਡ ਮਤਲਬ ਜਿਹੜੇ ਆਪਾਂ ਯੂਜ਼ ਹੀ ਨਹੀਂ ਕੀਤੇ ਹੁੰਦੇ ਹਜੇ, ਉਹਨਾਂ ਨੂੰ ਆਪਾਂ ਇੱਕ ਜਗ੍ਹਾ 'ਤੇ ਇਕੱਠਾ ਕਰ ਲੈਂਦੇ ਹਾਂ। ਕੰਪਨੀ ਕੀ ਕਰਦੀ ਆ ਹੁਣ, ਫਾਰਮ ਆਫ ਆਰਗਨਾਈਜੇਸ਼ਨ ਹੈਜ਼ ਮਾਸ ਅਪੀਲ ਐਂਡ ਮੋਬਿਲਾਈਜ਼ ਅ ਲਾਰਜ ਨੰਬਰਸ ਆਫ ਪਰਸਨ ਟੂ ਕੰਟਰੀਬਿਊਟ ਸਮੋਲ ਸੇਵਿੰਗ ਇਨਵੈਸਟਮੈਂਟ ਇਨ ਦਾ, ਵੀ ਕਾਫੀ ਜ਼ਿਆਦਾ ਦੀ ਜਿਹੜੀ ਕੈਪੀਟਲ ਹੁੰਦੀ ਹੈ ਥੋੜ੍ਹੀ ਥੋੜ੍ਹੀ ਵੀ ਉਹ ਕੰਪਨੀ ਵਿੱਚ ਇਨਵੈਸਟ ਕਰ ਦਿੰਦੀ ਹੈ, ਕਿਉਂਕਿ ਇਹਦੇ ਵਿੱਚ ਲਿਮਟਡ ਲਾਇਬਿਲਿਟੀ ਹੁੰਦੀ ਹੈ, ਮਤਲਬ ਜਿਹੜੇ ਆਪਣੇ ਆਈਡੀਅਲ ਰਿਸੋਰਸ ਹੁੰਦੀ ਹੈ, ਆਈਡੀਅਲ ਮਤਲਬ ਜੋ ਐਕਸਟਰਾ ਰਿਸੋਰਸ ਪਏ ਹੁੰਦੇ ਆ ਉਹ ਆਪਾਂ ਬਿਜ਼ਨਸ 'ਚ ਲਗਾ ਦਿੰਦੇ ਹਾਂ। ਕ੍ਰੈਡਿਟੇਬਿਲਿਟੀ, ਉਧਾਰ ਦੀ ਜਿਹੜੀ ਆਪਣੇ ਕੋਲੇ ਹੁੰਦੀ ਹੈ ਕੰਪਨੀ ਇਹ ਵੀ ਇੰਜੋਏ ਕਰਦੀ ਹੈ, ਠੀਕ ਹੈ, ਕਿਉਂਕਿ ਇਹਦੇ ਵਿੱਚ ਇੰਜੋਏ ਦਾ ਫੇਥ ਕੌਨਫੀਡੈਂਸ ਆਫ ਜਨਰਲ ਪਬਲਿਕ ਐਜ਼ ਅ ਕੰਪਨੀ ਹੈਜ਼ ਟੂ ਕੰਪਲਾਈ ਲੀਗਲ ਓਬਲੀਗੇਸ਼ਨਸ, ਆਪਾਂ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ ਇਹਦੇ ਵਿੱਚ ਆਪਣੇ ਕੋਲੇ ਹੁੰਦੀਆਂ ਵਾ। ਹੁਣ ਨੈਕਸਟ ਆਪਣੇ ਕੋਲੇ ਡਿਸਐਡਵਾਂਟੇਜ ਆਫ ਜੁਆਇੰਟ ਸਟਾਕ, ਐਡਵਾਂਟੇਜ ਤਾਂ ਬਹੁਤ ਸਾਰੀਆਂ ਕਰ ਲਈਆਂ, ਹੁਣ ਉਹਦੀਆਂ ਕੀ ਕਮੀਆਂ ਹੁੰਦੀਆਂ। ਦੇਖੋ ਕੋਈ ਵੀ ਅਗਰ ਆਪਾਂ ਪੋਜ਼ੀਟਿਵ ਪੁਆਇੰਟਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਟੋਮੈਟਿਕਲੀ ਆਪਣੀਆਂ ਡਰੋਬੈਕਸ ਤਾਂ ਨਿਕਲਦੀਆਂ ਵਾ, ਠੀਕ ਹੈ। ਤਾਂ ਫਸਟ ਕੀ ਹੈ, ਡਿਫੀਕਲਟੀ ਟੂ ਇਨਕੋਰਪੋਰੇਟ, ਮਤਲਬ ਜਦੋਂ ਇਹਨੂੰ ਆਪਾਂ ਰਜਿਸਟਰ ਕਰਵਾਉਂਦੇ ਹਾਂ ਬਹੁਤ ਸਾਰੀਆਂ ਲੀਗਲ ਫਾਰਮੈਲਿਟੀਜ਼ ਹੁੰਦੀਆਂ, ਆਪਾਂ ਨੂੰ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਪ੍ਰੋਸੀਜਰ ਇਹਦਾ ਕੀ ਹੈ, ਫਾਰਮੇਸ਼ਨ ਆਫ ਲੀਗਲ ਪਬਲਿਕ ਕੰਪਨੀਜ਼ ਕੰਪਲੀਕੇਟਡ ਐਂਡ ਇਨਵੋਲਵ ਟੂ ਮੈਨੀ ਲਾਰਜ ਆਪਣੇ ਕੋਲੇ ਲੀਗਲ ਫਾਰਮੈਲਿਟੀਜ਼, ਬਹੁਤ ਸਾਰੀਆਂ ਲੀਗਲ ਫਾਰਮੈਲਿਟੀਜ਼ ਵੀ ਹੁੰਦੀਆਂ ਵਾ। ਅਤੇ ਕੀ ਹੈ, ਫੋਰ ਦੀ ਰਜਿਸਟ੍ਰੇਸ਼ਨ ਆਫ ਕੰਪਨੀ, ਜਦੋਂ ਕੰਪਨੀ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਮੈਮੋਰੈਂਡਮ ਆਫ ਐਸੋਸੀਏਸ਼ਨ ਐਂਡ ਆਰਟੀਕਲ ਹੈ, ਵੀ ਉਹਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਫਾਰਮੈਲਿਟੀਜ਼ ਇਹਦੇ ਵਿੱਚ ਕਰਨੀਆਂ ਪੈਂਦੀਆਂ, ਅਤੇ ਜਿਨ੍ਹਾਂ ਨੂੰ ਇਹ ਬਹੁਤ ਸਾਰਾ ਟਾਈਮ ਲੱਗ ਜਾਂਦਾ ਵਾ, ਠੀਕ ਹੈ। ਐਕਸਪਰਟ ਦੀ ਜ਼ਿਆਦਾ ਲੋੜ ਹੁੰਦੀ ਹੈ, ਐਕਸਪੈਂਸਿਵ ਬਹੁਤ ਮਹਿੰਗਾ ਪੈ ਜਾਂਦਾ, ਇਸ ਕਰਕੇ ਮੇਨ ਪ੍ਰੋਬਲਮ ਆਉਂਦੀ ਹੈ ਕਾਰਪੋਰੇਟ ਕਰਨ ਦੇ ਵਿੱਚ। ਲੈਕ ਆਫ ਪਰਸਨਲ ਇੰਟਰਸਟ, ਹੁਣ ਦੇਖੋ ਪਰਸਨਲ ਇੰਟਰਸਟ ਦੀ ਕਿਵੇਂ ਕਮੀ ਆਉਂਦੀ ਹੈ, ਆਪਾਂ ਗੱਲ ਕੀਤੀ ਹੈ ਕਿ ਜਿਹੜੇ ਓਨਰ ਹੁੰਦੀ ਹੈ ਅਤੇ ਮੈਨੇਜਮੈਂਟ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ, ਠੀਕ ਹੈ। ਸ਼ੇਅਰ ਹੋਲਡਰ ਹੂ ਆਰ ਦਾ ਓਨਰ ਆਫ ਕੰਪਨੀ ਹੈਵ ਇਨਡਾਇਰੈਕਟ ਮੈਨੇਜਮੈਂਟ ਐਂਡ ਕੰਟਰੋਲ ਓਵਰ ਦਾ ਅਫੇਅਰ ਆਫ ਕੰਪਨੀ, ਵੀ ਸਿੱਧੇ ਤੌਰ 'ਤੇ ਨਹੀਂ ਕਰਦੇ ਕਿ ਵੋਟਿੰਗ ਰਾਈਟ ਵੀ ਉਹ ਸਿੱਧੇ ਤੌਰ 'ਤੇ ਨਹੀਂ ਪਾਉਂਦੇ, ਸਿੱਧੇ ਤੌਰ 'ਤੇ ਪਾਉਂਦੇ ਆ, ਜਿਹਦੇ ਕਰਕੇ ਕੀ ਹੈ ਕੌਣ ਇਹਨਾਂ ਨੂੰ ਕਰਦਾ ਵਾ, ਡਾਇਰੈਕਟਰਸ ਕਰਦੇ ਆ। ਤਾਂ ਡਾਇਰੈਕਟਰਸ ਹੁਣ ਦੇਖੋ ਕੋਈ ਆਪਾਂ ਦੂਸਰੇ ਪਰਸਨ ਦੇ ਬਿਹਾਫ 'ਤੇ ਰੱਖਦੇ ਆ, ਉਹ ਉਨੇ ਇੰਟਰਸਟ ਨਾਲ ਨਹੀਂ ਕਰਦਾ ਗਾ ਜਿੰਨਾ ਆਪਾਂ ਆਪਦੇ ਇੰਟਰਸਟ ਨਾਲ ਕੋਈ ਕੰਮ ਕਰਦੇ ਆ, ਇਸ ਕਰਕੇ ਪਰਸਨਲ ਇੰਟਰਸਟ ਦੀ ਕਮੀ ਹੁੰਦੀ ਹੈ। ਦਾ ਕੰਪਨੀਜ਼ ਮੈਨੇਜ ਐਂਡ ਕੰਟਰੋਲ ਬਾਈ ਦਾ ਮੈਨੇਜਰ ਹੂ ਡੂ ਨਾਟ ਹੈਵ ਐਨੀ ਪਰਸਨਲ ਇੰਟਰਸਟ ਇਨ ਦਾ ਕੰਪਨੀ, ਜਿਨ੍ਹਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਗਾ ਕੰਪਨੀ ਦੇ ਵਿੱਚ। ਦਾ ਲੈਕ ਆਫ ਪਰਸਨਲ ਇੰਟਰਸਟ ਆਫ ਮੈਨੇਜਰ
ਲੀਡ ਟੂ ਇਨ ਐਂਡ ਵੇਸਟੇਜ ਆਫ ਰਿਸੋਰਸਿਸ, ਅਤੇ ਰਿਸੋਰਸਿਸ ਦੀ ਵੀ ਬਹੁਤ ਸਾਰਾ ਵੇਸਟ ਹੁੰਦਾ ਵਾ ਅਤੇ ਇਨ ਐਫੀਸ਼ੀਐਂਸੀ ਆਉਂਦੀ ਹੈ। ਨੈਕਸਟ ਹੈ ਮੈਨੇਜਮੈਂਟ ਦੀ ਸੈਪਰੇਸ਼ਨ ਹੁੰਦੀ ਹੈ, ਅਲੱਗ-ਅਲੱਗ ਹੁੰਦੀ ਹੈ ਦੋਨੋਂ। ਓਨਰਸ਼ਿਪ ਮਤਲਬ ਜਿਹੜੀ ਆਪਣਾ ਕੋਈ ਕੰਟਰੋਲ ਹੋਰ ਕਰੂਗਾ ਅਤੇ ਓਨਰ ਹੋਰ ਹੁੰਦੇ ਆ। ਤਾਂ ਸੈਪਰੇਸ਼ਨ ਆਫ ਆਪਣੀ ਓਨਰਸ਼ਿਪ ਫਰੋਮ ਮੈਨੇਜਮੈਂਟ ਕੀ ਹੈ, ਪੁੱਟ ਇਨੇਬਲ ਸ਼ੇਅਰ ਹੋਲਡਰ ਐਟ ਦ ਮਰਸੀ ਆਫ ਦ ਡਾਇਰੈਕਟਰ। ਮਰਸੀ ਮਤਲਬ ਜੋ ਰਹਿਮ ਦੇ ਪਾਤਰ ਆਪਾਂ ਕਹਿ ਦਈਏ, ਦੇਅਰ ਆਰ ਨੋਟ ਅ ਪੋਜੀਸ਼ਨ ਟੂ ਅਟੈਂਡ ਦਾ ਆਪਣੇ ਕੋਲ ਕੀ ਹੈ ਮੀਟਿੰਗ ਆਫ ਦੀ ਕੰਪਨੀ ਸਿੰਸ ਦੇ ਆਰ ਸੈਟਲਡ ਫਾਰ ਐਂਡ ਵਾਈਡ, ਕਿਉਂਕਿ ਬਹੁਤ ਜ਼ਿਆਦਾ ਦੂਰ ਦੂਰ ਤੱਕ ਹੁੰਦੇ ਆ ਉਹ, ਠੀਕ ਹੈ, ਸੈਟਲਡ ਹੁੰਦੇ। ਇਸ ਕਰਕੇ ਕੀ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਆਪਣੇ ਕੋਲ ਓਨਰਸ਼ਿਪ ਅਤੇ ਮੈਨੇਜਮੈਂਟ ਅਲੱਗ ਹੋਣ ਕਰਕੇ ਸੋ ਦਾ ਓਪੀਨੀਅਨ ਆਫ ਰੀਅਲ ਓਨਰਸ ਰਿਮੇਨ ਅਨਹੀਅਰਡ, ਵੀ ਜਿਹੜੇ ਰੀਅਲ ਓਨਰਸ ਹੁੰਦੇ ਆ ਉਹਨਾਂ ਦਾ ਕੋਈ ਸੁਣਿਆ ਨਹੀਂ ਜਾਂਦਾ, ਉਹਨਾਂ ਦਾ ਕੋਈ ਹੁੰਦਾ ਨਹੀਂ ਗਾ। ਤਾਂ ਇਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਮੇਨ ਪ੍ਰੋਬਲਮ ਆਉਂਦੀ ਹੈ, ਮੈਨੇਜਮੈਂਟ ਕਈ ਵਾਰ ਗਲਤ ਡਿਸੀਜ਼ਨ ਵੀ ਲੈ ਸਕਦੇ ਆ। ਲੈਕ ਆਫ ਸੀਕਰੇਸੀ ਮਤਲਬ ਸੀਕਰੇਟ ਨਹੀਂ ਮੇਨਟੇਨ ਹੁੰਦਾ, ਕਿਉਂਕਿ ਕਾਫੀ ਨੰਬਰਸ ਆਫ ਪਰਸਨ ਇਨਵੋਲਵ ਹੁੰਦੇ ਆ ਇਹਦੇ ਵਿੱਚ। ਮੋਰ ਓਵਰ ਦੀਜ਼ ਪਰਸਨਸ ਆਰ ਦ ਇੰਪਲੋਈਜ਼ ਆਫ ਕੰਪਨੀ ਨਾਟ ਹੈਵ ਐਨੀ ਪਰਸਨਲ ਇੰਟਰਸਟ ਇਨ ਇਟ, ਮਤਲਬ ਇਹਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਪਰਸਨਸ ਹੁੰਦੇ ਆ, ਠੀਕ ਹੈ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਗਾ, ਜਿਹਦੇ ਕਰਕੇ ਸੋ ਇਟ ਕਹਿ ਸਕਦੇ ਆਪਾਂ ਸੋ ਇਟ ਇਜ਼ ਅ ਪੋਸੀਬਿਲਿਟੀ ਦੈਟ ਮੇ ਲੀਕ ਆਊਟ ਟ੍ਰੇਡ ਸੀਕਰੇਟਸ ਕੰਪਨੀ ਟੂ ਦਾ ਕੰਪੀਟੀਟਰਸ, ਜਿਹੜੇ ਮੁਕਾਬਲੇ ਵਾਲੇ ਹੁੰਦੇ ਆ ਉਹਨਾਂ ਨੂੰ ਆਪਣੀ ਸੀਕਰੇਟ ਦੱਸ ਸਕਦੇ ਆ, ਜੇ ਆਪਾਂ ਮੇਨ ਪ੍ਰੋਬਲਮ ਕਹਿ ਸਕਦੇ ਹਾਂ ਸੀਕਰੇਸੀ ਦੀ। ਨੈਕਸਟ ਇਕਨੋਮਿਕ ਕੰਸਨਟ੍ਰੇਸ਼ਨ। ਹਾਂ ਦੇਖੋ ਆਪਾਂ ਕੀ ਕਹਿ ਸਕਦੇ ਹਾਂ, ਕੰਸਨਟ੍ਰੇਸ਼ਨ ਜੋ ਹੁੰਦਾ ਵਾ ਕਿ ਆਪਣੇ ਕੋਲੇ ਉੱਪਰਲੀ ਪਾਵਰ ਹੁੰਦੀ ਹੈ ਉਹ ਕੁਛ ਕੁ ਪਰਸਨਸ ਕੋਲ ਹੀ ਹੁੰਦੀ ਹੈ। ਇੱਕ ਬਹੁਤ ਹੀ ਆਪਣੇ ਕੋਲ ਪੋਪੂਲਰ ਸੇਇੰਗ ਹੈ, ਆਲ ਦਾ ਗਲਿਟਰਸ ਇਜ਼ ਨਾਟ ਗੋਲਡ, ਕੀ ਹੈ ਹਰ ਚਮਕਦੀ ਚੀਜ਼ ਕੀ ਹੁੰਦੀ ਹੈ ਸੋਨਾ ਨਹੀਂ ਹੁੰਦੀ ਗੀ। ਇਸ ਕਰਕੇ ਕੀ ਹੈ ਦ ਡੈਮੋਕ੍ਰੇਟਲੀ, ਹੁਣ ਦੇਖੋ ਲੋਕਾਂ ਦੁਆਰਾ ਇੱਕ ਕਹਿਣ ਦਾ ਨਾਮ ਹੀ ਹੈ ਦ ਡੈਮੋਕ੍ਰੇਟਲੀ ਇਲੈਕਟਡ ਮੈਨੇਜਮੈਂਟ ਆਫ ਕੰਪਨੀਜ਼ expected to adopt a business public policies to the will and desire of majority of shareholders, ਵੀ ਜ਼ਿਆਦਾ ਉਹਨਾਂ ਦੀ ਹੁੰਦੀ ਹੈ। ਤਾਂ ਪ੍ਰੈਕਟੀਕਲੀ ਸ਼ੇਅਰ ਹੋਲਡਰ ਹੈਵ ਨੋ ਸੇ ਇਨ ਦ ਕੰਪਨੀ, ਸੋ ਦੇ ਆਰ ਮਰਸੀ ਆਫ ਦ ਡਾਇਰੈਕਟਰਸ ਉੱਪਰ ਰਹਿਮ ਕਰਦੇ ਆ, ਜਿਹਦੇ ਕਰਕੇ ਆਪਾਂ ਬਹੁਤ ਸਾਰੀਆਂ ਪ੍ਰੋਬਲਮਸ ਆਪਾਂ ਨੂੰ ਆਉਂਦੀਆਂ ਵਾ। ਤਾਂ ਇਸ ਕਰਕੇ ਕੀ ਕਹਿ ਸਕਦੇ ਹਾਂ ਕਿ ਜੋ ਹਰ ਇੱਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਗੀ, ਤਾਂ ਦਸ ਦ ਰੀਅਲ ਪਾਵਰ ਲਾਈਜ਼ ਇਨ ਹੈਂਡ ਆਫ ਫਿਊ ਪਰਸਨਸ, ਜੋ ਆਪਣੇ ਕੋਲੇ ਮੇਨ ਪਾਵਰ ਹੁੰਦੀ ਕੁਛ ਕੁ ਹੱਥਾਂ ਦੇ ਵਿੱਚ ਹੀ ਹੁੰਦੀ ਹੈ ਐਜ਼ ਅ ਸ਼ੇਅਰ ਹੋਲਡਰ ਹੂ ਬੀਅਰ ਆਲ ਦਾ ਰਿਸਕ ਆਫ ਕੰਪਨੀ। ਕਰਕੇ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਕੀਤੀ ਦਾ ਕਹਿਣ ਦਾ ਹੀ ਨਾਮ ਆ ਸਿਰਫ ਡੈਮੋਕ੍ਰੇਟਿਕ ਲੋਕਾਂ ਦੁਆਰਾ, ਬਟ ਜ਼ਿਆਦਾ ਕਿਹਦੀ ਮਰਜ਼ੀ ਹੁੰਦੀ ਹੈ ਓਨਰਸ ਦੀ ਹੋਗੀ ਜਾਂ ਕਿਸੇ ਹੋਰ ਦੀ ਹੋਗੀ। ਟੂ ਮੈਨੀ ਲੀਗਲ ਫਾਰਮੈਲਿਟੀ, ਸੇਮ ਮਤਲਬ ਇਨਕੋਰਪੋਰੇਟ ਕਰਨ ਦੇ ਵਿੱਚ ਬਹੁਤ ਸਾਰੀ ਲੀਗਲ ਫਾਰਮੈਲਿਟੀਜ਼ ਹੁੰਦੀਆਂ ਵਾ ਇਹਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਵਿੱਚ, ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਨੈਕਸਟ ਸਲੋ ਡਾਊਨ ਇਨ ਡਿਸੀਜ਼ਨ ਮੇਕਿੰਗ। ਹੁਣ ਦੇਖੋ ਬਹੁਤ ਹੌਲੀ ਹੌਲੀ ਡਿਸੀਜ਼ਨ ਲਿੱਤਾ ਜਾਂਦਾ ਵਾ ਇਨ ਜੁਆਇੰਟ ਸਟਰੋਂਗ ਕੰਪਨੀ, ਨੋ ਵਨ ਇਜ਼ ਵੈਸਟਡ ਵਿਦ ਫਾਈਨਲ ਅਥੋਰਿਟੀ, ਸਰਟਨ ਡਿਸੀਜ਼ਨ ਆਰ ਟੂ ਬੀ ਟੇਕਨ ਇਨ ਬੋਰਡ ਮੀਟਿੰਗ ਐਂਡ ਆਪਾਂ ਕਹਿ ਸਕਦੇ ਹਾਂ ਜਿਹਦੇ ਕਰਕੇ ਬਹੁਤ ਸਾਰਾ ਟਾਈਮ ਕੰਜ਼ਿਊਮ ਹੁੰਦਾ ਵਾ, ਸਰਟਨ ਡਿਸੀਜ਼ਨਸ ਨਹੀਂ ਲਿੱਤੇ ਜਾਂਦੇਗੇ। ਤਾਂ ਹੈਂਸ ਮੈਨੀ ਵੈਲਿਊਏਬਲ ਅਪਰਚੁਨਿਟੀ ਮੇ ਬੀ ਲੋਸਟ ਬਿਕੋਜ਼ ਆਫ ਸਲੋ ਡਿਸੀਜ਼ਨ, ਬਹੁਤ ਸਾਰੀ ਅਪਰਚੁਨਿਟੀਜ਼ ਆਪਾਂ ਬਹੁਤ ਸਾਰੇ ਮੌਕੇ ਗਵਾ ਲੈਂਦੇ ਹਾਂ ਕਿਉਂਕਿ ਡਿਸੀਜ਼ਨ ਮੇਕਿੰਗ ਬਹੁਤ ਸਾਰਾ ਸਲੋ ਹੋਣ ਕਰਕੇ। ਸਪੈਕੂਲੇਸ਼ਨ ਮੀਨਸ ਸੱਟੇਬਾਜ਼ੀ, ਮੀਨਸ ਆਪਾਂ ਗੈਂਬਲਿੰਗ ਕਹਿ ਦਿੰਦੇ ਹਾਂ ਉਹ ਸਾਰਾ। ਕੰਪਨੀ ਫਾਰਮ ਆਫ ਆਰਗੇਨਾਈਜੇਸ਼ਨ ਇਨਕਰੇਜ ਦ ਇਵਲ ਆਫ ਸਪੈਕੂਲੇਸ਼ਨ ਇਨ ਦ ਸ਼ੇਅਰਸ ਬਿਕੋਜ਼ ਆਫ ਫ੍ਰੀ ਟਰਾਂਸਫਰਬਿਲਿਟੀ, ਕਿ ਆਪਣੀ ਟਰਾਂਸਫਰਬਿਲਿਟੀ ਕੀ ਹੁੰਦੀ ਹੈ ਫ੍ਰੀ ਹੋਣ ਕਰਕੇ ਆਪਾਂ ਜਿਵੇਂ ਮਰਜ਼ੀ ਕਰ ਸਕਦੇ ਹਾਂ, ਜਦੋਂ ਮਰਜ਼ੀ ਸੇਲ ਆਊਟ ਕਰ ਸਕਦੇ ਹਾਂ, ਠੀਕ ਹੈ। ਤਾਂ ਉਹਨਾਂ ਨੂੰ ਇਹ ਹੁੰਦਾ ਸਾਡੇ ਕੋਲ ਜਲਦੀ ਤੋਂ ਜਲਦੀ ਸ਼ੇਅਰਸ ਔਨ। ਸਪੈਕੂਲੇਸ਼ਨ ਗੈਟ ਐਨ opportunity ਟੂ ਸਪੈਕੂਲੇਟ ਇਨ ਸ਼ੇਅਰ ਟੂ ਅਰਨ ਦਾ ਕੁਇਕ ਪ੍ਰੋਫਿਟਸ, ਉਹ ਜਲਦੀ ਤੋਂ ਜਲਦੀ ਲਾਭ ਕਮਾਉਣ ਦੇ ਚੱਕਰ ਦੇ ਵਿੱਚ ਉਹ ਜਲਦੀ ਤੋਂ ਜਲਦੀ ਆਪਣੇ ਸ਼ੇਅਰ, ਜਿਹਦੇ ਕਰਕੇ ਕੀ ਬਣ ਜਾਂਦੀ ਹੈ ਆਪਣੀ ਸਪੈਕੂਲੇਸ਼ਨ। ਸਮ ਟਾਈਮ ਦਾ ਡਾਇਰੈਕਟਰ ਆਫ ਕੰਪਨੀ ਆਲਸੋ ਸਪਰੈਡ ਰਮਰਸ ਟੂ ਬ੍ਰਿੰਗ ਟੂ ਪ੍ਰਾਈਸ, ਆਪਾਂ ਇਸ ਕਰਕੇ ਆਪਾਂ ਤੁਸੀਂ ਕਹਿ ਸਕਦੇ ਆ ਕਿ ਕਈ ਵਾਰ ਬਹੁਤ ਸਾਰੀਆਂ ਅਫਵਾਹਾਂ ਵੀ ਗਲਤ ਫੈਲਾ ਦਿੰਦੇ ਆ। ਨੈਕਸਟ ਡੋਮੀਨੇਸ਼ਨ ਆਫ ਮੈਜੋਰਿਟੀ। ਡੋਮੀਨੇਸ਼ਨ ਦਾ ਆਪਣੇ ਕੋਲੇ ਮਾਈਨੋਰਿਟੀ ਸ਼ੇਅਰ ਹੋਲਡਰ ਡੂ ਨਾਟ ਫਾਈਂਡ ਐਨੀ ਪਲੇਸ ਇਨ ਦਾ ਮੈਨੇਜਮੈਂਟ, ਕੋਈ ਨਹੀਂ ਲੈਂਦੇਗੇ ਸਿੰਸ ਆਲ ਡਿਸੀਜ਼ਨਸ ਆਰ ਟੇਕਨ ਬਾਈ ਮੈਜੋਰਿਟੀ ਦੇ ਬੇਸ 'ਤੇ ਲਿੱਤੇ ਜਾਂਦੇ ਆ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੀ ਕਮੀ ਆਉਂਦੀ ਹੈ। ਸੋਸ਼ਲ ਡਿਸਐਡਵਾਂਟੇਜ, ਸੁਸਾਇਟੀ ਨੂੰ ਡਿਸਐਡਵਾਂਟੇਜ ਆਉਂਦੀਆਂ ਵਾ ਕਿਉਂਕਿ ਇਹਦੇ ਵਿੱਚ ਕੀ ਹੈ ਵਿੱਚ ਇਨਕਰੇਜ ਮੋਨੋਪਲਿਸਟਿਕ ਟੈਂਡੈਂਸੀ। ਮੋਨੋਪਲਿਸਟਿਕ ਕਿਹੜੀ ਹੁੰਦੀ ਹੈ ਆਪਣੀ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਲਾਰਜ ਨੰਬਰਸ ਆਫ ਬਾਇਰ ਐਂਡ ਸੈਲਰ ਹੁੰਦੇ ਆ ਅਤੇ ਅਲੱਗ-ਅਲੱਗ ਆਪਣੇ ਕੋਲੇ ਹੁੰਦੀਆਂ। ਐਕਸਪਲੋਇਟ ਆਫ ਕੰਜ਼ਿਊਮਰ, ਇਨਕਰੀਜ਼ ਵੇਸਟਫੁਲ ਐਕਸਪੈਂਡੀਚਰ, ਕੰਜ਼ਿਊਮਰ 'ਤੇ ਐਕਸਪਲੋਇਟੇਸ਼ਨ ਹੁੰਦਾ, ਅਤਿਆਚਾਰ ਵਗੈਰਾ ਬਹੁਤ ਜ਼ਿਆਦਾ ਕੀਤਾ ਜਾਂਦਾ ਵਾ, ਆਪਣਾ ਵੇਸਟ ਐਕਸਪੈਂਡੀਚਰ ਬਹੁਤ ਕਰਦੇ ਆ, ਠੀਕ ਹੈ, ਜਿਨ੍ਹਾਂ ਕਰਕੇ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਵਾ। ਇਸ ਕਰਕੇ ਕਿਸੇ ਵੀ ਪੋਜ਼ੀਟਿਵ ਪੁਆਇੰਟਸ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਡਰੋਬੈਕਸ ਵੀ ਹਮੇਸ਼ਾ ਹੁੰਦੇ ਹੈ। ਥੈਂਕ ਯੂ ਸਟੂਡੈਂਟਸ।